जे ਵਿਆਜ ਮਿਲਣਾ ਹੈ ਤੇ ਉਹ ਕੇਵਲ ਮੂਲ ਨਾਲ ਮੂਲ ਹੋਵੇਗਾ ਤੇ ਤਾਂ ਵਿਆਜ ਹੈ। ਮੂਲ ਨਹੀਂ ਤੇ ਕਦੀ ਵਿਆਜ ਨਫਾ ਲਾਹਾ ਹਾਸਲ ਨਹੀਂ ਹੋ ਸਕਦਾ, ਪ੍ਰੋਫਿਟ ਨਹੀਂ ਜੇ ਮੂਲ ਨਹੀਂ ਹੈ। ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖੀ ਹੈ। ਉਹ ਕਹਿੰਦਾ ਵੀ ਇੱਕ ਵਾਰੀ ਕੀ ਹੋਇਆ ਵੀ ਕਿਸੇ ਸ਼ਾਹੂਕਾਰ ਨੇ ਜ਼ਿਮੀਂਦਾਰ ਨੂੰ ਵਿਆਜ ਤੇ ਪੈਸੇ ਦੇ ਦਿੱਤੇ। ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਕਈ ਵਾਰੀ ਕੋਈ ਗਰੀਬ ਬੰਦਾ ਉਹ ਅਮੀਰ ਤੋਂ ਜਾਂ ਕਿਸੇ ਸ਼ਾਹੂਕਾਰ ਲਾਲੇ ਸੇੜ ਤੋਂ ਪੈਸੇ ਵਿਆਜ ਤੇ ਲੈ ਲੈਂਦਾ। ਉਹ ਗੱਲ ਕਰ ਲੈਂਦਾ ਵੀ ਸੱਜਣਾ ਇੰਨੇ % ਵਿਆਜ ਲੱਗੇਗੀ, ਜਾਂ ਮੈਂ ਮਹੀਨੇ ਬਾਅਦ ਵਿਆਜ ਦੇ ਦੀ, ਜਾਂ ਇਕੱਠਿਆਂ ਦਾ ਹਿਸਾਬ, ਜਾਂ ਵਿਆਜ ਨੂੰ ਵਿਆਜ ਲੱਗੇਗੀ। ਉਹ ਜ਼ਿਮੀਂਦਾਰ ਬੜਾ ਗਰੀਬ ਸੀ, ਉਹਨੇ 500 ਰੁਪਈਆ ਸ਼ਾਹੂਕਾਰ ਤੋਂ ਲੈ ਲਿਆ ਵਿਆਜ ਤੇ। ਵਿਆਜ ਤੇ ਲਿਆ ਤੇ ਉਹ ਮੋੜ ਨਾ ਸਕਿਆ, ਕਾਫੀ ਸਮਾਂ ਲੰਘ ਗਿਆ ਤੇ ਉਹ ਵਿਆਜ ਲੱਗਦੀ ਰਹੀ, 500 ਨੂੰ ਲੱਗਦੀ ਰਹੀ। ਉਹ ਕਰਦਿਆਂ ਕਰਾਂਦਿਆਂ ਵਿਆਜ ਲੱਗਦਿਆਂ ਹੋਇਆਂ ਵਿਆਜ ਨੂੰ ਵਿਆਜ ਤੇ ਉਹ ਪੈਸੇ 10,000 ਬਣ ਗਿਆ। ਕਿਸਾਨ ਗਰੀਬ ਸੀ, ਉਹ ਤੇ 500 ਵਿਆਜ ਤੇ ਲੈ ਕੇ ਉਹ ਨਹੀਂ ਮੋੜ ਸਕਿਆ। ਅਗਾਂਹ ਕਈ ਗੁਣਾ ਜ਼ਿਆਦਾ, ਲਗਭਗ 10 ਗੁਣਾ ਜ਼ਿਆਦਾ ਧਨ ਬਣ ਗਿਆ। ਉਹ ਕਿੱਥੋਂ ਦੇ ਸਕਦਾ ਹੈ? ਹੋਇਆ ਕਿ ਵੀ ਕਿਸਾਨ ਉਹ ਸ਼ਾਹੂਕਾਰ ਨੂੰ ਪੈਸੇ ਨਾ ਮੋੜ ਸਕਿਆ, ਵਿਆਜ ਲੱਗ ਕੇ ਬਹੁਤਾ ਧਨ ਹੋ ਗਿਆ। ਸ਼ਾਹੂਕਾਰ ਨੇ ਬੰਦੇ ਇਕੱਠੇ ਕਰ ਲਏ। ਉਹ ਕਹਿੰਦਾ ਵੀ ਮੈਂ ਇਹਨੂੰ ਵਿਆਜ ਤੇ ਪੈਸੇ ਦਿੱਤੇ ਸਨ ਤੇ ਮੇਰਾ ਜਿਹੜਾ ਰਾਜ਼ੀਨਾਮਾ ਫੈਸਲਾ ਕਰਾ ਦਿਓ, ਇਹ ਪੈਸੇ ਨਹੀਂ ਮੋੜ ਰਿਹਾ। ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਆਪਾਂ ਕਰ ਲਾਂਗੇ। ਪਿੰਡ ਦੇ, ਨਗਰ ਦੇ, ਇਲਾਕੇ ਦੇ ਪੰਚ ਸਰਪੰਚ ਇਕੱਠੇ ਹੋਏ ਸੂਝਵਾਨ, ਤੇ ਉਹਨਾਂ ਆਖਿਆ, ਉਸ ਜ਼ਿਮੀਂਦਾਰ ਨੇ ਤਰਲਾ ਮਿਹਨਤ ਕੀਤਾ, ਕਹਿੰਦਾ ਵੀ ਮੈਂ ਗਰੀਬ ਹਾਂ ਤੇ ਤੁਸੀਂ ਇਹਨੂੰ ਕਹੋ ਵੀ ਕੁਝ ਨਾ ਕੁਝ ਇਹ ਜਿਹੜਾ ਸ਼ਾਹੂਕਾਰ ਹੈ ਇਹ ਕੁਝ ਨਾ ਕੁਝ ਰਿਆਇਤ ਕਰੇ, ਮੈਨੂੰ ਕੁਝ ਛੱਡ ਦੇ। ਉਹਨਾਂ ਨੇ ਆਖਿਆ ਵੀ ਤੂੰ ਇਸ ਤਰ੍ਹਾਂ ਕਰ ਵੀ ਇੱਕ ਚੀਜ਼ ਲੈ ਲੈ, ਜਾਂ ਮੂਲ ਲੈ ਲੈ ਤੇ ਜਾਂ ਵਿਆਜ ਲੈ ਲੈ। ਉਹ ਸ਼ਾਹੂਕਾਰ ਆਪਣੇ ਮਨੋਂ ਤੇ ਬਣਿਆ ਬੜਾ ਚਤਰ ਚਲਾਕ। ਉਹ ਕਹਿੰਦਾ ਵੀ ਚਲੋ ਮੈਂ ਤੁਹਾਡੀ ਗੱਲ ਤੇ ਫੁੱਲ ਚੜਾਉਣਾ, ਵੀ ਉਹਨੂੰ ਆਖੋ ਵੀ ਜਿਹੜਾ ਮੂਲ ਸੀ 500 ਰੁਪਈਆ ਉਹ ਤੈਨੂੰ ਛੱਡਿਆ ਤੇ ਮੇਰੀ ਵਿਆਜ ਦੇ ਦੇ। ਉਹ ਜ਼ਿਮੀਂਦਾਰ ਬੜਾ ਸਿਆਣਾ ਸੀ। ਜਦੋਂ ਉਹਨਾਂ ਪਤਵੰਤੇ ਫੈਸਲਾ ਕਰਾਉਣ ਵਾਲਿਆਂ ਨੇ ਜਾ ਕੇ ਆਖਿਆ ਵੀ ਚੱਲ ਨਿਬੜ ਤੇ ਸਕਦਾ ਹੈ, ਤੂੰ ਇਸ ਤਰ੍ਹਾਂ ਕਰ। ਉਹਨੇ ਆਖਿਆ ਵੀ ਤੈਨੂੰ ਮੂਲ ਵਾਲਾ 500 ਛੱਡਿਆ ਤੇ ਵਿਆਜ ਦੇ ਦੇ। ਉਹ ਕਹਿਣ ਲੱਗਾ, ਕਹਿੰਦਾ ਜੇ ਮੂਲ ਹੀ ਹੈ ਨਹੀਂ ਤੇ ਵਿਆਜ ਕਾਹਦੀ? ਫਿਰ ਮੂਲ ਨੂੰ ਹੀ ਵਿਆਜ ਲੱਗੀ, ਜੇ ਮੂਲ ਹੀ ਛੱਡ ਦਿੱਤਾ ਤੇ ਫਿਰ ਵਿਆਜ ਕਿਹਨੂੰ ਲਾ ਰਹੇ ਹੋ? ਇਸ ਕਰਕੇ ਜੇ ਮੂਲ ਹੀ ਨਹੀਂ ਤੇ ਮੂਲ ਤੋਂ ਬਿਨਾਂ ਕਦੀ ਵਿਆਜ ਨਹੀਂ ਲੱਗਦੇ। ਗੁਰਬਾਣੀ ਕਹਿੰਦੀ ਵੀ ਮੂਲ ਬਿਨਾਂ ਸ਼ਾਖਾ ਕਤ ਆ ਹੈ। ਜੇ ਸਾਡਾ ਮੂਲ ਨਹੀਂ ਨਾ, ਸਾਡਾ ਮੁੱਢ ਨਹੀਂ ਕੋਈ, ਤੇ ਤਾਂ ਵੀ ਗੱਲ ਨਹੀਂ ਬਣਨੀ। ਸਾਡੀ ਹਾਲਤ ਚੱਕੀ ਦੇ ਧੁਰੇ ਦੇ ਨਾਲੋਂ ਵਿਛੜੇ ਹੋਏ ਦਾਣਿਆਂ ਵਰਗੀ ਆ। ਫਿਰ ਸਾਡੀ ਹਾਲਤ ਇੱਕ ਹੱਥ ਦੇ ਵਿੱਚੋਂ ਟੁੱਟੀ ਹੋਈ ਡੋਰ ਵਾਲੇ ਨਿਖਸਮੇ ਪਤੰਗ ਵਰਗੀ ਹੈ। ਸਾਡਾ ਮੂਲ ਗੁਰਬਾਣੀ ਹੈ, ਗੁਰਬਾਣੀ ਦੇ ਸਿਧਾਂਤ ਨੇ। ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੈ ਨਾ ਦੇ। ਜੇ ਤੂੰ ਐਵੇਂ ਰੱਖ ਸੀ ਜੀਓ ਸ਼ਰੀਰੋਂ ਲੈ, ਸਿੱਖਾ ਤੇਰਾ ਸਿਰ ਤੇ ਭਾਵੇਂ ਧੜ ਨਾਲੋਂ ਅਲੱਗਾ ਹੋ ਜੇ, ਪਰ ਗੁਰੂ ਦਾ ਸਿਧਾਂਤ ਨਾ ਛੱਡੀ। ਫਰੀਦ ਸਾਹਿਬ ਕਹਿੰਦੇ, ਮਾਲਕਾ ਜਿੱਦਣ ਕਿਤੇ ਮੇਰੇ ਜੀਵਨ ਵਿੱਚ ਇਦਾਂ ਦਾ ਸਮਾਂ ਆ ਜੇ ਵੀ ਮੈਂ ਤੇਰਾ ਦਰ ਛੱਡ ਕੇ ਕਿਸੇ ਦੂਜੇ ਦੇ ਦਰ ਤੇ ਜਾਵਾਂ, ਤੇ ਮੇਰੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ, ਸਰੀਰ ਵਿੱਚੋਂ ਸਵਾਸ ਕੱਢ ਲਈ, ਜਿੱਦਣ ਦੂਜੇ ਤੇ ਦਰ ਤੇ ਜਾਵਾਂ। ਇਸ ਕਰਕੇ ਮੇਰਾ ਮੂਲ, ਮੇਰਾ ਮੁੱਢ ਕੇਵਲ ਤੂੰ ਹੈ। ਸਾਡਾ ਮੁੱਢ ਹੈ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ, ਇੱਕ ਅਕਾਲ ਪੁਰਖ। ਹਜ਼ੂਰ ਕਹਿੰਦੇ ਮੂਲ ਨਾ ਬੁੱਝੈ। ਬੰਦਾ
ਮੂਲ ਨੂੰ ਨਹੀਂ ਸਮਝਦਾ, ਆਪਣੇ ਮੁੱਢ ਨੂੰ, ਰੱਬ ਨੂੰ। ਫਿਰ ਕਹਿੰਦੇ ਆਪ ਨਾ ਸੂਝੈ। ਜਿੰਨਾ ਚਿਰ ਸਾਡੇ ਵਿੱਚ ਈਗੋ ਹੈ, ਹਉਮੈ ਹੰਕਾਰ ਹੈ, ਉਹਨਾਂ ਚਿਰ ਆਪੇ ਦੀ ਪਹਿਚਾਣ ਨਹੀਂ ਹੋ ਸਕਦੀ। ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਵਾਰ-ਵਾਰ ਜ਼ਿਕਰ ਕੀਤਾ ਹੈ, ਔਰ ਸਤਿਗੁਰੂ ਨੇ ਆਖਿਆ ਵੀ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਦੀ ਆਪਣੇ ਗਿਰੀਵਾਨ ਦੇ ਅੰਦਰ, ਆਪਣੇ ਅੰਦਰ ਝਾਤੀ ਮਾਰ ਕੇ ਦੇਖ। ਗੁਰਬਾਣੀ ਨੇ ਆਖਿਆ ਵੀ ਬੰਦੇ ਖੋਜ ਦਿਲ ਹਰ ਰੋਜ਼, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਇਹ ਹੈ ਕਿਸੇ ਦੇ ਵਿੱਚ ਖਾਸੀਅਤ ਵੀ ਕੋਈ ਆਖੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਪਰ ਅਸੀਂ ਜੇ ਧਰਮ ਦਾ ਕੰਮ ਕਰੀਏ ਤੇ ਉੱਥੇ ਵੀ ਸਾਡੇ ਵਿੱਚ ਈਗੋ ਹੁੰਦੀ ਹੈ। ਅੱਜ ਕਈ ਵਾਰੀ ਕੀ ਹੁੰਦਾ ਹੈ, ਕੋਈ ਕੌਮ ਦਾ ਦਰਦ ਰੱਖਣ ਵਾਲੇ ਜਾਂ ਜਿਨ੍ਹਾਂ ਨੂੰ ਅਸੀਂ ਕੌਮ ਦੇ ਆਗੂ, ਬਾਬੇ, ਸਾਧ, ਉਹ ਕਈ ਵਾਰੀ ਗਰੀਬ ਲੜਕੀਆਂ ਧੀਆਂ ਦਾ ਵਿਆਹ ਕਰਦੇ ਨੇ। ਬੜੀ ਚੰਗੀ ਗੱਲ ਹੈ, ਕਰਨੇ ਚਾਹੀਦੇ ਨੇ। ਪਰ ਫਿਰ ਉਹਨਾਂ ਨੇ ਨਾਲ ਖਲੋ ਕੇ ਅਖਬਾਰ ਤੇ ਐਡ ਦੇਣ ਵਾਸਤੇ ਆਪਣੀ ਫੋਟੋ ਵੀ ਲਵਾਉਣੀ ਵੀ ਫਲਾਣਾ ਸਿੰਘ ਨੇ ਇੰਨੀਆਂ ਗਰੀਬ ਲੜਕੀਆਂ ਦੇ ਵਿਆਹ ਕੀਤੇ, ਔਰ ਉਹ ਲੜਕੀ ਜਿਹਦਾ ਵਿਆਹ ਕੋਈ ਹੋਰ ਬੰਦਾ ਕਰ ਰਿਹਾ ਖਰਚਾ ਲਾ ਕੇ, ਉਹ ਆਪਣੇ ਅੰਦਰ ਹੀਣ ਭਾਵਨਾ ਸਮਝਦੀ ਹੈ, ਔਰ ਉਹ ਸਿਰ ਚੁੱਕ ਕੇ ਗੱਲ ਨਹੀਂ ਕਰ ਸਕਦੀ ਸਹੁਰੇ ਘਰ। ਕਿਉਂ? ਕੱਲ ਨੂੰ ਮਿਹਣਾ ਮਾਰ ਸਕਦਾ ਵੀ ਤੇਰੇ ਪਿਓ, ਤੇਰੇ ਭਰਾਵਾਂ 'ਚ ਇੰਨੀ ਸਮਰੱਥਾ ਨਹੀਂ, ਉਹ ਤੇਰਾ ਆਨੰਦ ਕਾਰਜ ਨਹੀਂ ਕਰ ਸਕਦੇ, ਤੇਰਾ ਆਨੰਦ ਕਾਰਜ ਕਿਸੇ। ਭਾਵ ਕਿ ਧਰਮ ਦਾ ਕੰਮ ਕਰਕੇ ਵੀ ਸਾਡੇ ਅੰਦਰ ਈਗੋ ਹੈ, ਹਉਮੈ ਹੈ। ਗੁਰਦੁਆਰੇ ਆ ਕੇ 5-4 ਹਜ਼ਾਰ ਰੁਪਏ ਦੀ ਅਰਦਾਸ ਕਰਾਉਣੀ ਬੜੀ ਚੰਗੀ ਗੱਲ ਹੈ। ਫਿਰ ਭਾਈ ਸਾਹਿਬ ਤੋਂ ਅਰਦਾਸ ਵਿੱਚ ਨਾਂ ਬੁਲਾਉਣ ਦਾ ਕੀ ਮਾਇਨਾ? ਇੱਕ ਪਾਸੇ ਕਹਿ ਰਹੇ ਆ ਵੀ ਬਿਨ ਬੋਲਿਆਂ ਸਭ ਕੁਝ ਜਾਣਦਾ, ਤੇ ਦੂਜੇ ਪਾਸੇ ਪੱਖਾ ਦੇ ਰਹੇ ਆ, ਉਹਦੇ ਤੇ ਵੀ ਸਾਡਾ ਨਾਮ ਹੈ। ਪੱਥਰ ਮਾਰਬਲ ਦਿੱਤਾ, ਉਹਦੇ ਤੇ ਵੀ ਸਾਡਾ ਨਾਮ ਹੈ। ਦਿੱਲੀ ਇੱਕ ਗੁਰਦੁਆਰਾ ਤੇ ਜੋੜੇ ਖਾਨੇ ਦੇ ਸਾਹਮਣੇ ਜਿਹੜਾ ਹੇਠਲੇ ਪਾਸੇ ਮਾਰਬਲ ਲੱਗਾ ਹੈ, ਉਹ ਮਾਰਬਲ ਤੇ ਇੱਕ ਸਰਦਾਰ ਦਾ ਨਾਮ ਲਿਖਿਆ ਹੈ। ਉਹਨੂੰ ਪੁੱਛਿਆ ਵੀ ਕਿਉਂ ਇੱਥੇ, ਕਿਉਂ ਜੋੜੇ ਖਾਨੇ ਦੇ ਅੱਗੇ? ਉਹ ਕਹਿੰਦਾ ਭਾਈ ਸਾਹਿਬ ਘਾਟਾ ਵਾਧਾ ਬੜਾ ਹੋਇਆ, ਜ਼ਿੰਦਗੀ ਵਿੱਚ ਗੁਨਾਹ ਬੜੇ ਕੀਤੇ ਨੇ, ਤੇ ਹੁਣ ਬਖਸ਼ਾਉਣ ਦੇ ਵਾਸਤੇ ਨਾ ਮੈਂ ਪੱਥਰ ਤੇ ਆਪਣਾ ਨਾਂ ਲਿਖਾਇਆ ਵੀ ਜਿਹੜਾ ਆਏ ਉਹ ਇੱਥੋਂ ਦੀ ਲੰਘੇ। ਦੱਸੋ ਇਦਾਂ ਪਾਪ ਧੁੱਪਦੇ ਨੇ ਕਦੀ? ਇਦਾਂ ਗੁਨਾਹ ਧੋਤੇ ਜਾਂਦੇ ਨਹੀਂ। ਕਾਰਨ ਕੀ? ਉੱਥੇ ਵੀ ਸਾਡੀ ਈਗੋ, ਹਉਮੈ ਹੈ। ਗੁਰਦੁਆਰੇ ਆਉਣ ਵਾਲੇ ਆ, ਜਿੱਥੇ ਤੂੰ ਆਪਣੇ ਜੋੜੇ ਲਾ ਰਿਹਾ ਨਾ, ਥੱਲੇ ਝਾਤ ਮਾਰ, ਇਹ ਮਾਰਬਲ ਦੀ ਸੇਵਾ ਫਲਾਣੇ ਸਰਦਾਰ ਵੱਲੋਂ ਕੀਤੀ ਹੋਈ ਹੈ। ਕਿਤੇ ਨਾ ਕਿਤੇ ਬੰਦਾ ਆਪਣੀ ਈਗੋ। ਜਸਵੰਤ ਸਿੰਘ ਪਰਵਾਨਾ ਜੀ ਨੇ, ਉਹਨਾਂ ਨੇ ਬੜੀ ਸੁੰਦਰ ਗੱਲ ਲਿਖੀ ਹੈ। ਉਹ ਕਹਿੰਦੇ ਅਸੀਂ ਸਾਖੀਆਂ ਸੁਣਦੇ ਆਏ ਹਾਂ ਅੱਜ ਤੱਕ, ਵੀ ਕਦੀ ਉਹ ਸਮਾਂ ਸੀ ਜਦੋਂ ਕਾਲੇ ਕਾਂ ਸਰੋਵਰ ਵਿੱਚ ਚੁੱਭੀ ਲਾਉਂਦੇ ਤੇ ਚਿੱਟੇ ਹੰਸ ਬਣ ਕੇ ਨਿਕਲਦੇ। ਉੱਥੇ ਸੁਰਤ ਦੀ ਗੱਲ ਸੀ ਵੀ ਕਾਵਾਂ ਦੀ ਸੁਰਤ ਤੋਂ ਸਤਿਗੁਰੂ ਹੰਸਾਂ ਵਾਲੀ ਸੱਚੀ ਸੁੱਚੀ ਸੋਚ ਦੇ ਦਿੰਦਾ ਸੀ। ਕਾਲੇ ਕਾਂ ਚਿੱਟੇ ਹੰਸ ਬਣ ਕੇ ਨਿਕਲਦੇ ਸਨ। ਪਰ ਅੱਜ ਰੱਬ ਦੇ ਬਣਾਏ ਹੋਏ ਚਿੱਟੇ ਪੱਥਰ ਨੂੰ ਬੰਦੇ ਨੇ ਕਾਲਾ ਕਰ ਕਰਕੇ ਗੁਰਦੁਆਰਿਆਂ 'ਚ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਈਗੋ ਹੀ ਹੈ, ਸਾਡੀ ਹਉਮੈ ਹੈ। ਅਸੀਂ ਕਈ ਵਾਰੀ ਦਾਨ ਕਰਕੇ ਨਾ ਗੁਰਦੁਆਰੇ, ਤੇ ਤਾਂ ਵੀ ਦਾਨ ਨਹੀਂ ਕਰ ਸਕਦੇ। ਬਹਾਦਰ ਸ਼ਾਹ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੇ ਉਹਨੇ ਕੰਗਣ ਭੇਟਾ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੰਗਣ ਫੜਿਆ ਤੇ ਉਹਨਾਂ ਨੇ ਗੋਦਾਵਰੀ 'ਚ ਸੁੱਟ ਦਿੱਤਾ, ਚਲਾ ਕੇ ਮਾਰਿਆ। ਬੜਾ ਹੈਰਾਨ ਹੋਇਆ, ਕਹਿੰਦਾ ਸਤਿਗੁਰੂ ਮੈਂ ਤੇ ਤੁਹਾਨੂੰ
ਕੰਗਣ ਦਿੱਤਾ ਹੈ, ਤੁਹਾਨੂੰ ਤੇ ਪਤਾ ਹੀ ਨਹੀਂ, ਤੁਸੀਂ ਤੇ ਲੱਖ ਕੱਖ ਇੱਕ ਸਮਝਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਬਹਾਦਰ ਸ਼ਾਹ ਨੇ ਇਹ ਗੱਲ ਆਖੀ ਵੀ ਪਾਸ਼ਾ ਤੁਸੀਂ ਗੋਦਾਵਰੀ 'ਚ ਚਲਾ ਮਾਰਿਆ, ਤੁਹਾਨੂੰ ਸਮਝ ਨਹੀਂ, ਤੇ ਸਤਿਗੁਰੂ ਨੇ ਆਖਿਆ ਸੀ, ਬਹਾਦਰ ਸ਼ਾਹ ਤੂੰ ਭੇਟਾ ਕਰਕੇ ਵੀ ਭੇਟਾ ਨਹੀਂ ਕਰ ਸਕਿਆ। ਕਿਉਂ? ਕਿਉਂਕਿ ਤੇਰੇ ਵੱਲੋਂ ਤੇ ਭੇਟਾ ਹੋ ਗਿਆ, ਗੁਰੂ ਜੋ ਮਰਜ਼ੀ ਕਰੇ, ਗੁਰੂ ਜੋ ਮਰਜ਼ੀ ਕਰੇ, ਤੂੰ ਭੇਟਾ ਕਰਕੇ ਵੀ ਭੇਟਾ ਨਹੀਂ ਕਰ ਸਕਿਆ, ਤੇਰਾ ਧਿਆਨ ਅਜੇ ਵਿੱਚ ਹੈ। ਕਈ ਵਾਰੀ ਅਸੀਂ ਵੀ ਗੁਰਦੁਆਰੇ ਭੇਟਾ ਕਰਕੇ ਵੀ ਭੇਟਾ ਨਹੀਂ ਕਰ ਸਕਦੇ, ਕਿਉਂਕਿ ਹਉਮੈ ਹੈ। ਕਿਤੇ ਨਾ ਕਿਤੇ ਬੰਦਾ ਅੱਜ ਧਰਮੀ ਬੰਦਿਆਂ ਦੇ ਵਿੱਚ ਜ਼ਿਆਦਾ ਹੰਕਾਰ ਹੋਵੇਗਾ, ਆਪਣੇ ਆਪ ਨੂੰ ਧਰਮੀ ਭਾਵੇਂ ਮੈਂ ਵੀ ਆ, ਬਹੁਤੀ ਈਗੋ ਹਉਮੈ ਆਮ ਬੰਦੇ 'ਚ ਨਹੀਂ। ਤੁਹਾਨੂੰ ਕੌਮ ਦੇ ਆਗੂਆਂ ਤੇ ਧਰਮੀਆਂ ਦੇ ਵਿੱਚ, ਜਿਨ੍ਹਾਂ ਨੇ ਧਰਮ ਦਾ ਮਖੌਟਾ ਪਾਇਆ, ਉਹਨਾਂ ਦੇ ਵਿੱਚ ਜ਼ਿਆਦੀ ਹਉਮੈ ਈਗੋ ਜਾਪੇਗੀ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਆਪ ਨਾ ਸੂਝੈ। ਪੜ ਰਹੇ ਹਾਂ ਅਸੀਂ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਪਰ ਸਾਨੂੰ ਕੋਈ ਬੁਰਾ ਕਹਿ ਕੇ ਦੇਖੇ, ਕਹਿ ਕੇ ਜਾਵੇ ਕਿੱਥੇ। ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਅਸੀਂ, ਉਹ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਖੁਦ ਇਹ ਗੱਲ ਜਪਜੀ ਸਾਹਿਬ ਦੀ ਬਾਣੀ 'ਚ ਆਖੀ ਵੀ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਸਤਿਗੁਰੂ ਨੇ ਆਪਣੇ ਆਪ ਨੂੰ ਨੀਚ ਆਖਿਆ, ਆਪਣੇ ਆਪ ਨੂੰ ਸਤਿਗੁਰੂ ਨੇ ਗੁਰਬਾਣੀ 'ਚ ਰੱਬ ਦੇ ਘਰ ਦਾ ਗੁਲਾਮ ਆਖਿਆ, ਨਾਨਕ ਨੀਚ ਕਹਿ ਵਿਚਾਰ। ਇੰਨੀ ਨਿਮਰਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ। ਇਸ ਕਰਕੇ ਸਤਿਗੁਰੂ ਜਦੋਂ ਵੀ ਗੱਲ ਕਰਦੇ ਨੇ, ਉੱਥੇ ਕਿਤੇ ਇਹ ਨਹੀਂ ਕਹਿੰਦੇ ਵੀ ਮੈਂ ਬਹੁਤਾ ਸਿਆਣਾ। ਸਤਿਗੁਰੂ ਕਹਿੰਦੇ ਵੀ ਨਹੀਂ, ਮੈਂ ਤੇ ਰੱਬ ਦੇ ਦਾਸਾਂ ਦਾ ਦਾਸ ਹਾਂ। ਸਤਿਗੁਰੂ ਕਹਿੰਦੇ ਆਪ ਨਾ ਸੂਝੈ, ਕਿਉਂਕਿ ਆਪਣੇ ਆਪ ਦੀ ਸਮਝ ਨਹੀਂ ਬੰਦੇ ਨੂੰ। ਤਾਂ ਹੀ ਹਜ਼ੂਰ ਨੇ ਆਖਿਆ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰ ਬਗਨ ਮੈਂ ਜਿਨੈ ਉਭਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਸਤਿਗੁਰੂ ਕਹਿੰਦੇ ਨਿਰਗੁਣੀ ਬੰਦਾ, ਕਿਰਤ ਘਣ, ਇਹਨੂੰ ਪਤਾ ਹੀ ਨਹੀਂ। ਬਖਸ਼ ਲਿਓ ਤੋ ਨਾਨਕ ਸਿੱਝੈ। ਸਤਿਗੁਰੂ ਇਹਨੂੰ ਸਮਝ ਤਾਂ ਆ ਸਕਦੀ ਵੀ ਜੇ ਤੁਸੀਂ ਬਖਸ਼ ਲਓ। ਇੱਕ ਭਾਈ ਗੁਰਦਾਸ ਦੀ ਪੌੜੀ ਹੈ, ਤੇ ਉਸ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਲਗਭਗ 20 ਬੱਜ਼ਰ ਪਾਪਾਂ ਦੀ ਗੱਲ ਕੀਤੀ ਹੈ। ਤੇ ਭਾਈ ਗੁਰਦਾਸ ਕਹਿੰਦੇ ਉਹ ਸਾਰੇ ਹੀ ਮੇਰੇ ਵਿੱਚ ਨੇ, ਤੇ ਪਰ ਮੈਂ ਬਖਸ਼ਿਆ ਜਾ ਰਿਹਾ ਆਪਣੇ ਸਤਿਗੁਰੂ ਨੂੰ ਸਿਮਰ ਕੇ ਤੇ ਸਤ ਸੰਗੀਆਂ ਦੀ ਸੰਗਤ ਕਰਕੇ। ਉਹਦੇ ਵਿੱਚ 20 ਪਾਪਾਂ ਦੀ ਗੱਲ ਕਰਕੇ ਭਾਈ ਗੁਰਦਾਸ ਨੇ ਉਹ ਪਾਵਨ ਪੰਕਤੀਆਂ ਆਪਣੇ ਤੇ ਟੁਕਾ ਕੇ ਗੱਲ ਆਖੀ ਹੈ। ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ, ਚੋਰ ਜ਼ਾਰ ਜੁਹਾਰ ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ। ਕਾਮ ਕ੍ਰੋਧ ਅਹੰਕਾਰ ਲੋਭ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੜੰਦਾ। ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਕਹਿੰਦੇ ਮੈਂ ਚੇਤੇ ਕਰਕੇ ਸਿਮਰ ਮੁਰੀਦਾਂ ਢਾਡੀਆਂ, ਮੈਂ ਰੱਬ ਦੀ ਸਿਫਤ ਸਲਾਹ ਕਰਨ ਵਾਲਿਆਂ ਦੀ ਸੰਗਤ ਕਰਕੇ ਤੇ ਆਪਣੇ ਜੀਵਨ ਨੂੰ, ਮੈਂ ਆਪਣੇ ਭਵਿੱਖ ਨੂੰ ਉਜਲਾ ਬਣਾ ਰਿਹਾ। ਔਰ ਸਤਿਗੁਰ ਬਖਸ਼ੰਦਾ, ਮੇਰਾ ਗੁਰੂ ਬਖਸ਼ਣ ਵਾਲਾ ਹੈ। ਸਤਿਗੁਰੂ ਕਹਿੰਦੇ ਭਰਮ ਵਿਆਪੀ ਅਹੰਗ ਮਣੀ। ਹਉਮੈ ਦੇ ਕਰਕੇ ਬੰਦੇ ਨੂੰ ਆਪਣੇ ਗੁਨਾਹ ਨਜ਼ਰ ਨਹੀਂ ਆਉਂਦੇ।
ਹੰਕਾਰ ਵਸ ਹੋਇਆ ਬੰਦਾ ਦੂਜੇ ਦੇ ਅਵਗੁਣ ਬਹੁਤ ਦੇਖਦਾ ਹੈ ਔਰ ਆਪਣੇ ਮੂਲ ਦੀ ਪਹਿਚਾਣ ਨਹੀਂ। ਪਿਤਾ ਪਾਰ ਬ੍ਰਹਮ ਪ੍ਰਭ ਧਣੀ। ਸਤਿਗੁਰੂ ਕਹਿੰਦੇ ਮੇਰਾ ਪਿਤਾ ਪਾਰ ਬ੍ਰਹਮ ਐ ਰੱਬ ਜੀ, ਪ੍ਰਭ ਧਣੀ ਮੇਰਾ ਮਾਲਕ ਕੇਵਲ ਤੂੰ ਹੈ। ਮੋਹੇ ਨਿਸਤਾਰੋ ਨਿਰਗੁਣੀ, ਤੇ ਮੈਨੂੰ ਨਿਰਗੁਣੀ ਨੂੰ ਇਸ ਸੰਸਾਰ ਤੋਂ ਭਵਜਲ ਤੋਂ ਤਾਰ। ਫਿਰ ਕਹਿੰਦੇ ਓਪਤ ਪਰਲੋ ਪ੍ਰਭ ਤੇ ਹੋਵੇ, ਇਹ ਵਿਚਾਰੀ ਹਰ ਜਨੀ। ਇਹ ਰੱਬ ਦੇ ਪਰਮਾਤਮਾ ਦੇ ਜਨਾਂ ਨੇ ਸੇਵਕਾਂ ਨੇ ਵਿਚਾਰਿਆ ਜਾਂ ਵਿਚਾਰ ਕੀਤੀ ਹੈ ਵੀ ਓਪਤ ਪਰਲੋ ਪ੍ਰਭ ਤੇ ਹੋਵੇ। ਓਪਤ ਦਾ ਅਰਥ ਹੈ ਉਤਪਤੀ, ਪਰਲੋ ਦਾ ਅਰਥ ਹੈ ਨਾਸ਼। ਉਤਪਤੀ ਕਰਨ ਵਾਲਾ, ਸ੍ਰਿਸ਼ਟੀ ਨੂੰ ਸਾਜਣ ਵਾਲਾ ਤੇ ਨਾਸ਼ ਕਰਨ ਵਾਲਾ ਇੱਕ ਰੱਬ ਹੈ। ਪਰਮਾਤਮਾ ਹੀ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ ਤੇ ਰੱਬ ਹੀ ਸ੍ਰਿਸ਼ਟੀ ਨੂੰ ਨਾਸ਼ ਕਰ ਸਕਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਨੇ ਗੱਲ ਕੀਤੀ ਹੈ ਕਿ ਕਹੋ ਮਨੁੱਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਜੋ ਰੱਬ ਨੂੰ ਭਾਉਂਦਾ ਉਹ ਕਰਾਉਂਦਾ, ਕਿਉਂਕਿ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਸਤਿਗੁਰੂ ਕਹਿੰਦੇ ਵੀ ਜਿੰਨਾ ਅੱਖ ਝਮਕਣ ਨੂੰ ਸਮਾਂ ਲੱਗਦਾ ਹੈ, ਬਸ ਇੰਨੇ ਵਕਤ ਦੇ ਵਿੱਚ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਕੇ ਤੇ ਦੁਬਾਰਾ ਰੱਬ ਅਕਾਲ ਪੁਰਖ ਉਸ ਸ੍ਰਿਸ਼ਟੀ ਨੂੰ ਸਾਜ ਸਕਦਾ ਹੈ। ਓਪਤ ਪਰਲੋ ਪ੍ਰਭ ਤੇ ਹੋਵੇ, ਜਿਵਾਲਣ ਵਾਲਾ ਤੇ ਮਾਰਨ ਵਾਲਾ, ਬਣਾਉਣ ਵਾਲਾ ਤੇ ਨਾਸ਼ ਕਰਨ ਵਾਲਾ ਇੱਕ ਪਰਮਾਤਮਾ ਹੈ। ਇਸ ਕਰਕੇ ਜੀਵਨ ਦੇ ਵਿੱਚ ਦੁੱਖ ਤੇ ਸੁੱਖ ਦੇਣ ਵਾਲਾ ਵੀ ਰੱਬ ਹੈ। ਕੋਈ ਦੇਹ ਧਾਰੀ ਸਾਧ ਜੋਤਸ਼ੀ ਪੰਥ ਦਾ ਤਾਂਤਰਿਕ ਨਹੀਂ। ਬੰਦੇ ਦੇ ਹੱਥ ਗੁਰਬਾਣੀ ਕਹਿੰਦੀ ਵੀ ਕੁਝ ਨਹੀਂ, ਔਰ ਕਰਨ ਕਾਰਨ ਸਮਰੱਥ ਇੱਕ ਪ੍ਰਭੂ ਹੈ। ਓਪਤ ਪਰਲੋ ਪ੍ਰਭ ਤੇ ਹੋਵੇ, ਇਹ ਵਿਚਾਰੀ ਹਰ ਜਣੀ। ਕਹਿੰਦੇ ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕਲ ਮਹਿ ਸੁਖੀਏ ਸੇ ਗਣੀ। ਸਤਿਗੁਰੂ ਕਹਿੰਦੇ ਵੀ ਕਲਯੁਗ ਦੇ ਵਿੱਚ ਜਾਂ ਇਸ ਸਮੇਂ ਦੇ ਵਿੱਚ ਸੁਖੀ ਕੌਣ ਨੇ? ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਜਿਹੜੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਣ। ਹੁਣ ਕੇਵਲ ਨਾਮ ਦੇ ਵਿੱਚ ਰੰਗੇ ਜਾਣਾ ਇਹ ਹੀ ਨਹੀਂ ਵੀ ਇਕੱਲਾ ਅਸੀਂ ਆਖੀਏ ਵੀ ਖਾਸ ਵਿਧੀ ਦੇ ਨਾਲ ਨਾਮ ਜਪਿਆ ਜਾਣਾ, ਕੋਈ ਖਾਸ ਤਰੀਕਾ ਨਾਮ ਜਪਣ ਦਾ। ਇਹ ਸਾਡੇ ਮਨਾਂ 'ਚ ਇੱਕ ਭਰਮ ਹੈ ਵੀ ਸ਼ਾਇਦ ਮਾਲਾ ਫੜ ਕੇ ਹੀ ਹੱਥ ਵਿੱਚ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ। ਨਹੀਂ, ਇਕੱਲੀ ਮਾਲਾ ਫੜ ਕੇ ਨਹੀਂ। ਜਦੋਂ ਮਾਲਾ ਦੇ ਕਨਸੈਪਟ ਦੀ ਗੱਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ ਔਰ ਕੰਪੈਰੀਜ਼ਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਮਾਲਾ ਦਾ, ਔਰ ਸਮੁੱਚੀ ਬਾਣੀ ਵਿੱਚ ਮਾਲਾ ਦਾ, ਸਿਮਰਨਾਂ ਦਾ ਖੰਡਨ ਕੀਤਾ ਗਿਆ। ਖੰਡਨ ਕੀਤਾ ਸਤਿਗੁਰੂ ਨੇ। ਜੇ ਕਿਤੇ ਤੁਹਾਨੂੰ ਗੁਰਬਾਣੀ ਪੜ੍ਹਦਿਆਂ ਇੱਕ ਵੀ ਪੰਕਤੀ ਮਿਲੇ ਕਿਤੇ ਸਤਿਗੁਰੂ ਨੇ ਮਾਲਾ ਫੇਰਨ ਦੀ ਗੱਲ ਕੀਤੀ ਹੈ, ਤੇ ਕਥਾ ਤੋਂ ਬਾਅਦ ਮੇਰੇ ਵੀ ਨੌਲੇਜ 'ਚ, ਗਿਆਨ 'ਚ ਵਾਧਾ ਕਰਿਓ ਵੀ ਭਾਈ ਸਾਹਿਬ ਸਤਿਗੁਰੂ ਨੇ ਇਸ ਅੰਗ ਤੇ ਇਸ ਰਾਗ 'ਚ ਕਿਤੇ ਇਹ ਸਤਿਗੁਰੂ ਨੇ ਹਾਮੀ ਭਰੀ ਹੈ ਵੀ ਇਕੱਲਾ ਮਾਲਾ ਫੇਰ ਕੇ ਰੱਬ ਦਾ ਨਾਮ ਜਪਿਆ ਜਾ ਸਕਦਾ ਨਹੀਂ। ਕਬੀਰ ਸਾਹਿਬ ਤੇ ਕਹਿੰਦੇ ਕਬੀਰ ਜਪਨੀ ਕਾਠ ਕੀ, ਕਿਆ ਦਿਖ ਲਾਵੇਂ ਲੋਏ, ਹਿਰਦੈ ਰਾਮ ਨਾ ਚਿਤਹੀ, ਇਹ ਜਪਨੀ ਕਿਆ ਹੋਏ। ਕਬੀਰ ਜਪਨੀ ਕਾਠ ਕੀ, ਜਪਣੀ ਦਾ ਅਰਥ ਹੁੰਦਾ ਸਿਮਰਨਾ ਜਾਂ ਮਾਲਾ। ਕਬੀਰ ਸਾਹਿਬ ਕਹਿੰਦੇ ਹੇ ਕਬੀਰ ਜਪਣੀ ਕਾਠ ਕੀ, ਕਾਠ ਦਾ ਅਰਥ ਹੈ ਲੱਕੜ। ਕਹਿੰਦੇ ਲੱਕੜ ਦੀ ਮਾਲਾ ਕਿਆ ਦਿਖ ਲਾਵੇਂ ਲੋਏ, ਲੋਏ ਦਾ ਅਰਥ ਹੈ ਲੁਕਾਈ।
ਕਹਿੰਦੇ ਤੂੰ ਹੱਥ ਵਿੱਚ ਮਾਲਾ ਫੜ ਕੇ ਲੋਕਾਂ ਨੂੰ ਦਿਖਾ ਰਿਹਾ ਵੀ ਮੈਂ ਬੜਾ ਵੱਡਾ ਧਰਮੀ ਆ, ਵੀ ਜੇ ਤੇਰੇ ਹਿਰਦੇ 'ਚ ਹੀ ਰੱਬ ਨਹੀਂ ਤੇ ਮਾਲਾ ਫੇਰੀਆਂ ਕੀ ਕਰਨਗੀਆਂ। ਜੇ ਮਨ 'ਚ ਹੀ ਵਿਕਾਰ ਨੇ, ਮਨ 'ਚ ਹੀ ਈਰਖ ਹੈ, ਭਾਵੇਂ ਵਿਖਾਵੇ ਦੀਆਂ ਮਾਲਾ ਲੱਖਾਂ ਫੇਰੀ ਜਾ, ਕੋਈ ਫਾਇਦਾ ਨਹੀਂ। ਜੇ ਵਿਹਾਰ ਹੀ ਚੱਜਦਾ ਨਹੀਂ, ਜੇ ਕਰਮ ਹੀ ਚੰਗੇ ਨਹੀਂ, ਜੇ ਕਿਰਦਾਰ ਹੀ ਚੱਜਦਾ ਨਹੀਂ, ਜੇ ਇਖਲਾਕੀ ਪੱਧਰ ਉੱਚਾ ਸੁੱਚਾ ਨਹੀਂ, ਵਧੀਆ ਕਰੈਕਟਰ, ਚੰਗਾ ਜੀਵਨ ਨਹੀਂ, ਵਿਖਾਵੇ ਮਾਤਰ ਭਾਵੇਂ ਲੱਖਾਂ ਫੇਰੀ ਜਾ, ਕਬੀਰ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਕਹਿੰਦੇ ਲੱਕੜ ਦੀ ਮਾਲਾ ਲੈ ਕੇ ਲੋਕਾਂ ਨੂੰ ਕੀ ਦਿਖਾ ਰਿਹਾ ਹੈ। ਹਿਰਦੈ ਰਾਮ ਨਾ ਚਿਤਹੀ, ਜੇ ਹਿਰਦੇ 'ਚ ਹੀ ਰੱਬ ਨਹੀਂ ਵਸਿਆ। ਇਹ ਜਪਣੀ ਕਿਆ ਹੋਏ, ਕਹਿੰਦੇ ਇਸ ਜਪਣੀ ਇਸ ਮਾਲਾ ਨਾਲ ਕੀ ਹੋਣਾ, ਕੁਝ ਨਹੀਂ। ਇਸ ਕਰਕੇ ਸਤਿਗੁਰੂ ਨੇ ਸਾਨੂੰ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਪੂਰਨ ਰੂਪ ਵਿੱਚ ਦੇ ਕੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆਖਿਆ ਹੈ। ਇਸ ਕਰਕੇ ਸਿੱਖਾ, ਤੂੰ ਆਪਣੀ એનર્ਜੀ ਤੇ ਸਮਾਂ ਜੇਕਰ ਲਾਉਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਤੇ ਵਿਚਾਰ ਗੁਰਬਾਣੀ ਨੂੰ। ਇੱਕ ਸ਼ੁਰੂਆਤ ਹੈ ਵਾਹਿਗੁਰੂ ਵਾਹਿਗੁਰੂ ਕਹਿਣਾ, ਪਰ ਇਹ ਵੀ ਸਿਆਣਪ ਨਹੀਂ, ਇਹ ਵੀ ਸਿਆਣਪ ਨਹੀਂ। ਅਸੀਂ ਪੜ੍ਹਦੇ ਰਹੇ ਹਾਂ, ਤੁਸੀਂ ਪੜ੍ਹਦੇ ਰਹੇ ਹੋ। ਸਭ ਤੋਂ ਪਹਿਲਾਂ ਜਿਹੜਾ ਸਿਲੇਬਸ ਉਹ LKG, UKG, ਨਰਸਰੀ, ਪਹਿਲੀ, ਦੂਜੀ, ਤੀਜੀ 'ਚ ਦਿੱਤਾ ਜਾਂਦਾ ਹੈ, ਉਹ MA, BA, B.Ed 'ਚ ਨਹੀਂ। ਸਿਲੇਬਸ ਤਬਦੀਲ ਹੁੰਦਾ ਹੈ, ਜਿਵੇਂ ਜਿਵੇਂ ਬੱਚਾ ਸਿੱਖਦਾ ਹੈ ਉਵੇਂ ਸਾਲ ਬਾਅਦ ਜਿਹੜਾ ਸਿਲੇਬਸ ਹੈ ਉਹਦੇ ਨਾਲੋਂ ਵਧੀਆ ਤੇ ਚੰਗਾ ਆਉਂਦਾ ਹੈ। ਹੁਣ ਇੱਕ ਬੱਚਾ ਰੋਜ਼ਾਨਾ ਸਕੂਲ ਜਾਏ ਤੇ ਟੀਚਰ ਉਹਨੂੰ ਇੱਕੋ ਲੈਸਨ ਦੇਈ ਜਾਏ, ਪੂਰੇ ਸਾਲ ਇੱਕੋ ਲੈਸਨ, ਸਾਲ ਬਾਅਦ ਪੇਪਰ ਹੋਣ, ਐਗਜ਼ਾਮ ਚੋਂ ਕਦੀ ਉਹ ਪਾਸ ਨਹੀਂ ਹੋਏਗਾ। ਪਰ ਸਾਡੀ ਹਾਲਤ ਕੀ ਹੈ, ਅਸੀਂ ਵਾਹਿਗੁਰੂ ਤੋਂ ਸ਼ੁਰੂ ਹੋਏ ਤੇ ਅੱਜ ਵੀ ਵਾਹਿਗੁਰੂ ਵਾਹਿਗੁਰੂ ਤੇ ਹਾਂ। ਗੁਰਬਾਣੀ ਨਹੀਂ ਵਿਚਾਰੀ, ਅਸੀਂ ਅਗਾਂਹ ਨਹੀਂ ਵਧੇ। ਜਿਵੇਂ ਬੰਦਾ ਡਿਗਰੀ ਹਾਸਲ ਕਰਦਾ ਹੈ, ਸਾਲ ਬਾਅਦ ਸਿਲੇਬਸ ਚੇਂਜ ਹੋ ਜਾਂਦਾ ਹੈ, ਉਹ ਕੇਵਲ ਪਹਿਲੀ 'ਚ ਨਹੀਂ ਬੈਠਾ ਰਹਿੰਦਾ। ਜਿਹੜਾ ਪਹਿਲੀ 'ਚ ਬੈਠਾ ਰਹੇ ਉਹਨੂੰ ਕਦੀ ਸਿਆਣਾ ਨਹੀਂ ਕਿਹਾ ਜਾਂਦਾ। ਇਸ ਕਰਕੇ ਸ਼ੁਰੂਆਤ ਦੇ ਵਿੱਚ ਵਾਹਿਗੁਰੂ ਕਹਿਣਾ ਬੜੀ ਚੰਗੀ ਗੱਲ ਹੈ। ਵਾਹਿਗੁਰੂ ਗੁਰ ਮੰਤਰ ਹੈ, ਪਰ ਇਹਦੇ ਤੋਂ ਅਗਾਂਹ ਵੀ ਵਧੀਏ। ਇਹ ਨਾ ਵੀ ਸਾਰੀ ਜ਼ਿੰਦਗੀ ਕੇਵਲ ਵਾਹਿਗੁਰੂ ਤੇ ਬਤੀਤ ਹੋ ਜਾਏ। ਇੱਕੋ ਸਿਲੇਬਸ ਸਾਲ ਵਿੱਚ ਯਾਦ ਕਰਨ ਵਾਲਾ ਔਰ ਇੱਕੋ ਸਿਲੇਬਸ ਤੇ ਬ੍ਰੇਕ ਲਾਉਣ ਵਾਲਾ ਕਦੀ ਪੇਪਰਾਂ 'ਚੋਂ ਪਾਸ ਨਹੀਂ ਹੋਏਗਾ। ਸਮੁੱਚੀ ਗੁਰਬਾਣੀ ਹੈ ਸਾਡੇ ਕੋਲ। ਗੁਰਬਾਣੀ ਦੱਸਦੀ ਵੀ ਸਿੱਖਾ ਤੇਰਾ ਰਹਿਣ ਸਹਿਣ ਕਿਵੇਂ ਦਾ ਹੋਵੇ, ਸਿੱਖਾ ਤੂੰ ਆਪਣੇ ਸਰੀਰ ਤੇ ਪੁਸ਼ਾਕ ਕਿਵੇਂ ਦੀ ਪਾਉਣੀ ਹੈ, ਤੇਰਾ ਖਾਣਾ ਕਿਵੇਂ ਦਾ ਹੋਵੇ, ਤੇਰਾ ਬਾਣਾ ਕਿਵੇਂ ਦਾ ਹੋਵੇ, ਤੇਰਾ ਰਹਿਣ ਸਹਿਣ, ਤੇਰਾ ਕਿਰਦਾਰ, ਤੇਰਾ ਵਰਤੋਂ ਵਿਹਾਰ ਕਿਵੇਂ ਦਾ ਚਾਹੀਦਾ ਹੈ। ਇਹ ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਵੀ ਇੱਕ ਇਨਸਾਨ ਨੇ ਉਹਨੇ ਸਚਿਆਰ ਕਿਵੇਂ ਬਣਨਾ ਹੈ, ਸੱਚੇ ਤੇ ਸੁੱਚੇ। ਇਹ ਗੁਰਬਾਣੀ ਜਦੋਂ ਪੜਾਂਗੇ ਤੇ ਗੁਰਬਾਣੀ ਵਿੱਚ ਸਤਿਗੁਰੂ ਬਖਸ਼ਿਸ਼ ਕਰਨਗੇ, ਸਿੱਖਾ ਤੇਰੇ ਕੰਨ ਵੀ ਨਾਮ ਜਪ ਸਕਦੇ ਨੇ, ਤੇਰੀਆਂ ਅੱਖਾਂ, ਜ਼ੁਬਾਨ, ਹੱਥ, ਪੈਰ, ਮਨ, ਇਹ ਸਭ ਕੁਝ ਤੇਰਾ ਨਾਮ ਜਪ ਸਕਦਾ। ਕੇਵਲ ਇਕੱਲਾ ਇਹ ਨਹੀਂ ਵੀ ਤੂੰ ਆਖੇ ਵੀ ਖਾਸ ਵਿਧੀ ਨਾਲ ਨਾਮ ਜਪਿਆ ਜਾਣਾ, ਨਹੀਂ। ਇਹ ਤੇਰੇ ਮਨ ਦਾ ਭੁਲੇਖਾ ਹੈ। ਮਨ ਵੀ ਤੇਰਾ ਨਾਮ ਜਪੇ, ਅੱਖਾਂ ਵੀ, ਜ਼ੁਬਾਨ ਵੀ, ਕੰਨ ਵੀ, ਹੱਥ ਵੀ, ਪੈਰ ਵੀ, ਨਾਮ ਦੀ ਝਲਕ ਪਏ। ਹਜ਼ੂਰ ਕਿਰਪਾ ਕਰਦੇ ਨੇ, ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਜਿਹੜੇ ਰੱਬ ਦੇ ਨਾਮ ਦੇ ਵਿੱਚ ਰੰਗੇ ਗਏ ਚੰਗੀ ਤਰ੍ਹਾਂ। ਕਲ ਮੈਂ ਸੁਖੀਏ ਸੇ ਗਣੀ,
ਜਿਹਦੀ ਗੱਲ ਭੱਟਾ ਨੇ ਕੀਤੀ ਵੀ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਮ ਰਖਾਈ, ਗੁਰ ਅਮਰਦਾਸ की अकथ कथा है, एक जी कछ कही न जाई, सोडी सृष्ट सगल तारन को, अब गुरु रामदास को दी वडाई। गल कित्थों चली है? नानक नाम निरंजन जानियो। गुरु नानक साहब सच्चे पातशाह ने निरंजन परमात्मा दे नाम नू जानिया। नानक नाम निरंजन जानियो। माया दी कालख तो रहत प्रभु दे नाम नू गुरु नानक साहब ने जानिया। कीनी भगत प्रेम लिव लाई, प्रेम दे नाल लिव ला के भगती कीती, भाव की वधिया जीवन। कीनी भगत प्रेम लिव लाई, तां ते अंगद अंग संग भयो। इसे करके गुरु अंगद साहब जदों गुरु नानक साहब दे अंग दे नाल लगे संगत कीती, ਉਹ ਸਾਇਰ ਸਮੁੰਦਰ ਬਣ ਗਏ। ਤਾਂ ਤੇ ਅੰਗਦ ਅੰਗ ਸੰਗ ਭਇਓ, ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਗੱਲ ਅਕਥ ਕਥਾ ਹੈ, ਨਾ ਕਥੀ ਜਾਣ। ਭਾਵ ਕਿ ਗੁਣ ਬਹੁਤ ਨੇ ਉਹਨਾਂ ਵਿੱਚ। ਏਕ ਜੀ ਕਛ ਕਹੀ ਨਾ ਜਾਏ, ਸੋਢੀ ਸ੍ਰਿਸ਼ਟ ਸਗਲ ਤਾਰਨ ਕੋ। ਸੋਢੀਆਂ ਦੀ ਕੁੱਲ ਚ ਪੈਦਾ ਹੋਣ ਵਾਲੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਇਸੇ ਕਰਕੇ ਗੁਰੂ ਰਾਮਦਾਸ ਕੋ ਦੀ ਵਡਾਈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਵਡਿਆਈ ਮਿਲੀ। ਕੇਵਲ ਕਿਉਂ? ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕੱਲ ਮੈਂ ਸੁਖੀਏ ਸੇ ਗਣੀ। ਕਹਿੰਦੇ ਜਿਹੜੇ ਮਾਲਕ ਦੇ ਨਾਮ ਵਿੱਚ ਰੰਗੇ ਗਏ, ਉਹ ਜਗਤ ਦੇ ਵਿੱਚ ਸੁਖੀ ਹਨ। ਅਵਰ ਉਪਾਓ ਨਾ ਕੋਈ ਸੂਝੈ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਮੈਨੂੰ ਤੇ ਕੋਈ ਹੋਰ ਉਪਾਅ ਸੁਝਦਾ ਹੀ ਨਹੀਂ, ਹੋਰ ਕੋਈ ਉਪਾਅ ਨਹੀਂ। ਔਰ ਨਾਨਕ ਤਰੀਐ ਗੁਰ ਬਚਨੀ, ਵੀ ਤਰਿਆ ਜਾਣਾ ਗੁਰੂ ਦੇ ਬਚਨਾਂ ਨਾਲ, ਹੋਰ ਕੋਈ ਉਪਾਅ ਨਹੀਂ। ਪਰ ਅਸੀਂ ਕਿੰਨੇ ਉਪਾਅ, ਕਿੰਨੇ ਤਰੀਕੇ। ਕੋਈ ਕਹਿੰਦਾ ਜੀ ਸਾਡੇ ਬਾਬਾ ਜੀ ਆਪਣੇ ਸਿਰ ਦੇ ਕੇਸ ਬੰਨ੍ਹ ਕੇ ਕਿੱਲੀ ਦੇ ਨਾਲ ਤਪ ਕਰਦੇ ਸਨ। ਕਿੱਥੇ ਲਿਖਿਆ? ਗੁਰਬਾਣੀ ਵਿੱਚ ਕਿਤੇ ਨਹੀਂ। ਭੋਰਿਆਂ 'ਚ ਬੈਠ ਕੇ ਭਗਤੀ ਕਰਨੀ ਗੁਰਬਾਣੀ 'ਚ ਕਿਤੇ ਨਹੀਂ ਜੇ ਲਿਖਿਆ। ਖਾਸ ਵਿਧੀਆਂ ਦੇ ਨਾਲ ਨਾਮ ਜਪਣੇ। ਕੋਈ ਕਹਿੰਦਾ ਜੀ ਤੁਸੀਂ ਉਤਾਂ ਨੂੰ ਵਾਹ ਆਖੋ, ਹੇਠਾਂ ਨੂੰ ਸਾਹ ਛੱਡਣਾ ਤੇ ਗੁਰੂ ਆਖੋ, ਉਤਾਂ ਨੂੰ ਵਾਹ ਹੇਠਾਂ ਨੂੰ ਗੁਰੂ। ਕੋਈ ਕਹਿੰਦਾ ਜੀ ਤੁਸੀਂ ਸੱਜੀ ਨੱਕ ਚੋਂ ਸਾਹ ਉਤਾਂ ਚੜਾ ਲਓ, ਖੱਬੀ ਚੋਂ ਛੱਡ ਦਿਓ। ਗੁਰਬਾਣੀ 'ਚ ਕਿਤੇ ਲਿਖਿਆ? ਕਿਤੇ ਵੀ ਨਹੀਂ। ਪਰ ਸਾਨੂੰ ਤਰੀਕੇ ਦੱਸੇ ਜਾ ਰਹੇ ਨੇ ਵੀ ਕਿਹੜੀ ਵਿਧੀ ਨਾਲ ਨਾਮ ਜਪਣਾ, ਕਿਹੜੀ ਮਾਲਾ ਲੈਣੀ, ਕਿੰਨੇ ਮਣਕੇ ਫੇਰਨੇ ਨੇ। ਗੁਰਬਾਣੀ ਤੇ ਕਿਤੇ ਨਹੀਂ ਲਿਖਿਆ। ਗੁਰਬਾਣੀ ਤੇ ਕਹਿੰਦੀ ਵੀ ਸਿੱਖਾ ਤੇਰਾ ਜੀਵਨ ਹੀ ਸੱਚਾ ਸੁੱਚਾ, ਕਿਰਦਾਰ ਵਧੀਆ ਹੋਣਾ ਚਾਹੀਦਾ ਤੇਰਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਅਵਰ ਉਪਾਓ ਨਾ ਕੋਈ ਸੂਝੈ, ਮੈਨੂੰ ਤੇ ਕੋਈ ਹੋਰ ਉਪਾਅ ਸੁਝਦਾ ਹੀ ਨਹੀਂ। ਨਾਨਕ ਤਰੀਐ ਗੁਰ ਬਚਨੀ। ਸਾਡੇ ਬਾਬਿਆਂ ਨੇ ਕੀ ਕੀਤਾ ਹੈ? ਉਹਨਾਂ ਨੇ ਪ੍ਰਚਾਰ ਕੇਵਲ ਇਹ ਕੀਤਾ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਸਿਮਰੋ, ਬੜੀ ਚੰਗੀ ਗੱਲ ਹੈ, ਪਰ ਉੱਥੇ ਹੀ ਟਿਕ ਜਾਣਾ ਇਹ ਸਿਆਣਪ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜਿਆ ਗਿਆ ਵੀ ਜੇ ਭੋਲੇ ਭਾਲੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਮਝ ਆ ਗਈ, ਫਿਰ ਦੇਹਧਾਰੀ ਸਾਧਾਂ ਦੀ ਪੂਜਾ ਨਹੀਂ ਹੋਣੀ। ਲੋਕਾਂ ਨੇ ਜਾਗਰੂਕ ਹੋ ਜਾਣਾ। ਬਾਬਿਆਂ ਦੇ ਡੇਰੇ, ਕਾਰੋਬਾਰ, ਗੱਡੀਆਂ 'ਚ ਤੇਲ ਕਿੱਥੋਂ ਪੈਣਾ? ਜਦੋਂ ਸਾਰੇ ਲੋਕ ਸੂਝਵਾਨ ਹੋ ਗਏ, ਸਮਝ ਪੈ ਗਈ ਵੀ ਅਸਲ ਦੇ ਵਿੱਚ ਨਾਮ ਜਪਣਾ ਕੀ ਹੈ, ਗੁਰਬਾਣੀ ਦੇ ਸਿਧਾਂਤ ਕੀ, ਪਰ ਅਸੀਂ ਕੀ ਕਰ ਰਹੇ ਹਾਂ। ਔਰ ਕਦੀ ਉਹ ਸਮਾਂ ਸੀ ਜਦੋਂ ਮੈਂ ਵੀ ਸਾਧਾਂ ਦੀਆਂ ਬਰਸੀਆਂ ਤੇ ਔਰ ਸੰਤਾਂ ਦੇ ਦੀਵਾਨਾਂ ਤੇ ਜਾਂਦਾ ਰਿਹਾ, ਪਰ ਹੁਣ ਸਮਝ ਲੱਗੀ ਵੀ ਅਸਲ ਗੁਰਬਾਣੀ ਦਾ ਸਿਧਾਂਤ ਕੀ ਹੈ, ਗੁਰਬਾਣੀ ਕੀ ਕਹਿ ਰਹੀ। ਪਰ ਸਾਡੀ એનર્ਜੀ, ਸਮਾਂ, ਪੈਸਾ ਕਿੱਧਰ ਵੇਸਟ ਹੋ ਰਿਹਾ, ਦੁਰਵਰਤੋਂ ਹੋ ਰਹੀ ਹੈ।
ਗੁਰੂ ਅਰਜਨ ਸਾਹਿਬ ਕਹਿੰਦੇ ਅਵਰ ਉਪਾਉ ਨਾ ਕੋਈ ਸੂਝੈ, ਹੋਰ ਕੋਈ ਉਪਾਅ ਨਹੀਂ। ਪਰ ਕਿਹੜਾ ਉਪਾਅ ਹੈ? ਨਾਨਕ ਤਰੀਐ ਗੁਰ ਬਚਨੀ, ਤਰਿਆ ਜਾਣਾ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਬਚਨਾਂ ਨਾਲ। ਇਹ ਨਹੀਂ ਵੀ ਵੱਡੇ ਮਹਾਂਪੁਰਸ਼ ਕਹਿੰਦੇ ਸੀ ਜਾਂ ਛੋਟੇ ਮਹਾਂਪੁਰਸ਼ ਕਹਿੰਦੇ ਸੀ। ਬਾਬੇ ਨਾਨਕ ਤੋਂ ਵੱਡਾ ਮਹਾਂਪੁਰਸ਼ ਕਿਹੜਾ ਹੋ ਸਕਦਾ? ਸਤਿਗੁਰੂ ਤੇ ਕਹਿੰਦੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖਾਂ ਦੀ ਹੈ, ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਉਹਨਾਂ ਤੋਂ ਕੋਈ ਉੱਤੇ ਵੱਡਾ ਮਹਾਂਪੁਰਸ਼ ਨਹੀਂ। ਇਸ ਕਰਕੇ ਇਹ ਗੁਰਬਾਣੀ ਹੀ ਮਹਾਂਪੁਰਖਾਂ ਦੀ ਨਿਜ ਘਰ ਵਾਸਾ ਹੋਏ। ਜਿਹੜਾ ਗੁਰਬਾਣੀ ਦੇ ਲੜ ਲੱਗ ਜਾਂਦਾ ਉਹਦਾ ਨਿਜ ਘਰ ਵਿੱਚ ਵਾਸਾ ਹੋ ਜਾਂਦਾ। ਨਾਨਕ ਤਰੀਐ ਗੁਰ ਬਚਨੀ, ਪਾਰ ਉਤਾਰਾ ਗੁਰੂ ਦੇ ਬਚਨਾਂ ਦੇ ਨਾਲ, ਗੁਰਬਾਣੀ ਦੇ ਨਾਲ, ਸ਼ਬਦ ਨਾਲ ਹੋਣਾ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।